ਸਰੀ ਵੀਸੀ ਦੀ ਗੱਲ ਚੱਲੀ ਹੈ ਜੀ, ਅਤੇ ਮੇਰੇ ਨਾਲ ਪ੍ਰੋਫੈਸਰ ਗੁਰਵਿੰਦਰ ਧਾਲੀਵਾਲ ਹੋਰੀ ਇਸ ਵੇਲੇ ਲਾਈਨ 'ਤੇ ਨੇ। ਬਹੁਤ ਹੀ ਚਿੰਤਾ ਦਾ ਆਲਮ ਹੈ। ਅਸੀਂ ਇੰਨੀਆਂ ਕੁ ਵੀਡੀਓ ਆ ਰਹੀਆਂ ਤੁਹਾਡੀਆਂ, ਇੰਨੀਆਂ ਕੁ ਵੀਡੀਓ ਆ ਰਹੀਆਂ, ਘਰਾਂ ਦੇ ਘਰ ਡੁੱਬੇ ਹੋਏ ਆ ਪਾਣੀ ਦੇ ਵਿੱਚ, ਦੂਰ ਦੂਰ ਤੱਕ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਔਰ ਕਈ ਹਾਈਵੇ ਜਿਹੜੇ ਆ ਬਿਲਕੁਲ ਕੋਲੈਪਸ ਹੋ ਗਏ ਹੈ। ਸੋ ਮੱਡ ਸਲਾਈਡਿੰਗ ਹੋ ਰਹੀ ਹੈ ਔਰ ਬਹੁਤ ਹੀ ਇਸ ਵੇਲੇ ਚਿੰਤਾ ਦੀ ਸਿਚੁਏਸ਼ਨ ਹੈ ਵੈਨਕੂਵਰ ਦੇ ਲਾਗਲੇ ਇਲਾਕਿਆਂ ਦੇ ਵਿੱਚ। ਤੋ ਜਿਹੜਾ ਕਈ ਇਲਾਕੇ ਜਿਹੜੇ ਕੱਟੇ ਹੋਏ ਆ ਬਾਕੀ ਕੈਨੇਡਾ ਨਾਲੋਂ ਵੀ। ਤੋ ਉਹਦੇ ਬਾਰੇ ਜੋ ਅੱਜ ਦੀ ਅਪਡੇਟ ਹੈ, ਪ੍ਰੋਫੈਸਰ ਗੁਰਵਿੰਦਰ ਸਿੰਘ ਧਾਲੀਵਾਲ ਮੇਰੇ ਨਾਲ ਲਾਈਨ 'ਤੇ ਨੇ। ਪ੍ਰੋਫੈਸਰ ਸਾਹਿਬ ਸਵਾਗਤ ਕਰਦੇ ਹਾਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਆਪ ਜੀ ਤੇ ਸਮੂਹ ਪ੍ਰਵਾਸੀ ਟੈਲੀਵਿਜ਼ਨ ਮੀਡੀਆ ਗਰੁੱਪ ਦੇ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਧੰਨਵਾਦ ਤੇ ਸ਼ੁਭਕਾਮਨਾਵਾਂ ਜੀ। ਜੀ ਜੀ ਕੱਲ੍ਹ ਤੁਸੀਂ ਦੱਸਿਆ ਸੀ, ਸਾਨੂੰ ਦੱਸੋਗੇ ਜੀ। ਐਬਟਸਫੋਰਡ ਦੇ ਇਲਾਕੇ ਦੇ ਵਿੱਚ ਪਤਾ ਲੱਗਾ ਹੈ, ਬਹੁਤੀ ਦੂਰ ਨਹੀਂ, ਮੈਂ ਜਾ ਕੇ ਆਇਆ ਐਬਟਸਫੋਰਡ ਵੀ, ਅਤੇ ਉੱਥੇ ਪਤਾ ਲੱਗਾ ਕਿ ਉਹਦੇ ਲਾਗਲੇ ਇਲਾਕਿਆਂ 'ਚ ਵੀ ਬਹੁਤ ਸਾਰੇ ਇਲਾਕੇ ਪਾਣੀ 'ਚ ਡੁੱਬੇ ਹੋਏ ਹੈ। ਕੱਲ੍ਹ ਕੁਛ ਵੀਡੀਓਜ਼ ਆਈਆਂ ਸੀ ਲੋਕਾਂ ਦੀਆਂ, ਆਪਣੇ ਪੰਜਾਬੀ ਉਹਦੇ ਪਿੱਛੇ ਉਹਨਾਂ ਬੋਲ ਰਹੇ ਆ ਕਿ ਭਾਈ ਸਾਨੂੰ ਬਚਾ ਲਓ, ਅਸੀਂ 10-10 12-12 ਘੰਟੇ ਹੋ ਗਏ ਭੁੱਖੇ ਬੈਠੇ ਹਾਂ। ਗੱਡੀਆਂ ਗੈਸ ਸਟੇਸ਼ਨ 'ਤੇ ਲੱਗੀਆਂ ਹੋਈਆਂ ਸੀ, ਸੈਂਕੜੇ ਗੱਡੀਆਂ। ਉਹ ਕਹਿੰਦੇ ਨਾ ਵਾਸ਼ਰੂਮ ਜਾਣ ਦਾ ਕੋਈ ਇੱਥੇ ਕੋਈ ਸਾਧਨ ਹੈ, ਨਾ ਕੋਈ ਖਾਣ ਪੀਣ ਦਾ, ਬੱਚੇ ਭੁੱਖੇ ਹੈ। ਬੜਾ ਤਰਸ ਆ ਰਿਹਾ ਸੀ ਵੀਡੀਓ ਦੇਖ ਕੇ। ਉਹਨਾਂ ਨੇ ਦੱਸਿਆ ਨਹੀਂ ਕਿ ਜਗ੍ਹਾ ਕਿਹੜੀ ਹੈ। ਤੋ ਇਸ ਤਰ੍ਹਾਂ ਦੀਆਂ ਕਈ ਵੀਡੀਓ ਦੇਖਣ ਨੂੰ ਆ ਰਹੀਆਂ ਜਿਹਦੇ 'ਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਦੂਰ ਦੂਰ ਤੱਕ। ਐਬਟਸਫੋਰਡ ਤੋਂ ਲੈ ਕੇ ਚਿਲਾਵੇਕ, ਹੋਪ, ਮੇਰਠ, ਜਿਸ ਤਰ੍ਹਾਂ ਅਸੀਂ ਜ਼ਿਕਰ ਕੱਲ ਵੀ ਕੀਤਾ ਸੀ ਕਿ ਸਾਰਾ ਇਲਾਕਾ ਹੀ ਹੜ੍ਹ ਦੀ ਮਾਰ ਦੇ ਵਿੱਚ ਹੈ। ਆਮ ਕਰਕੇ ਫਲੱਡ ਜ਼ੋਨ ਲਿਖਿਆ ਹੁੰਦਾ ਹੈ, ਜਦੋਂ ਰੀਅਲ ਸਟੇਟ ਦੇ ਵਿੱਚ ਵੀ ਜ਼ਿਕਰ ਕੀਤਾ ਜਾਂਦਾ। ਬਹੁਤ ਵਾਰੀ ਕਹਿੰਦੇ ਕਿ ਹੁਣ ਤਾਂ 100 ਸਾਲ ਹੋ ਗਏ ਕਦੇ ਕੁਝ ਆਇਆ ਹੀ ਨਹੀਂ ਜੀ। ਉਹ ਹੁਣ ਪਤਾ ਲੱਗਦਾ ਕਿ ਉਹ ਜਿਹੜਾ ਜ਼ੋਨ ਹੈ ਉਹਦਾ ਕੀ ਮਤਲਬ ਹੁੰਦਾ। ਉਹ ਹੁਣ ਜਿਹੜੇ ਸਾਰੇ ਲਪੇਟ ਦੇ ਵਿੱਚ ਆਉਂਦੇ ਨੇ, ਉਹ ਸਾਰੇ ਦੇ ਸਾਰੇ ਇਲਾਕਿਆਂ ਦੇ ਵਿੱਚ ਜਿੱਥੇ ਕੁਦਰਤ ਨੇ ਜਿਸ ਤਰ੍ਹਾਂ ਦਾ ਆਪਣਾ ਪਸਾਰਾ ਕੀਤਾ ਹੋਇਆ ਸੀ। ਐਬਟਸਫੋਰਡ ਈਸਟ ਦਾ ਇਲਾਕਾ, ਖਾਸ ਕਰਕੇ ਉਹਨੂੰ ਸੁਮਸ ਪ੍ਰੈਰੀ ਇਲਾਕਾ ਕਹਿੰਦੇ ਆ। ਇਹ ਇਲਾਕਾ ਜਿੱਥੇ ਸਾਰੇ ਵੈਨਕੂਵਰ ਨੂੰ ਵੱਡੇ ਪੱਧਰ ਤੇ ਖਾਣ ਪੀਣ ਦੇ ਪਦਾਰਥ, ਜੋ ਵੈਜ, ਨੋਨ ਵੈਜ, ਆਂਡਾ, ਮੀਟ, ਸਾਰਾ ਕੁਛ ਜਾਂ ਬਾਕੀ ਜਿਹੜਾ ਹੈ ਸਮਾਨ ਹੈ ਉਹ ਮੁਹੱਈਆ ਹੁੰਦਾ ਹੈ। ਉਹ ਇਹ ਇਲਾਕਾ ਇੱਥੇ ਪ੍ਰਬੰਧ ਕੀਤੇ ਹੋਏ ਨੇ ਬਹੁਤ ਵੱਡੇ ਪੱਧਰ ਤੇ। ਕਿਸੇ ਸਮੇਂ 1920-21 ਦੇ ਵਿੱਚ ਅਸੀਂ ਦੇਖੀਏ, 100 ਸਾਲ ਪਹਿਲਾਂ, ਇਹ ਝੀਲ ਹੀ ਹੁੰਦੀ ਸੀ, ਲੇਕ ਦਾ ਇਲਾਕਾ ਹੀ ਸੀ ਜੀ। ਇੱਥੇ ਜੀਵਨ ਨਹੀਂ ਸੀ। ਹੌਲੀ ਹੌਲੀ ਮਨੁੱਖ ਨੇ ਇੱਥੇ ਪਸਾਰਾ ਕੀਤਾ। ਪਹਿਲਾਂ ਇੱਥੇ ਕਾਰੋਬਾਰ ਹਲਕੇ ਪੱਧਰ ਤੇ ਸ਼ੁਰੂ ਕੀਤੇ, ਆਪਣੇ ਵੱਡੇ ਵੱਡੇ ਪੋਲਟਰੀ ਫਾਰਮ ਕਹਿ ਲਓ ਜਾਂ ਹੋਰ ਇਸ ਤਰ੍ਹਾਂ ਦੇ ਉਸਾਰੀਆਂ ਤੋਂ ਬਾਅਦ ਆਪ ਵਸੇ। ਫਿਰ ਹੌਲੀ ਹੌਲੀ ਰਿਹਾਇਸ਼ ਕਰਨੀ ਸ਼ੁਰੂ ਕਰ ਦਿੱਤੀ। ਉਹ ਸਾਰੀ ਦੀ ਸਾਰੀ ਝੀਲ ਦੇ ਉਸ ਇਲਾਕੇ ਨੂੰ ਰਹਿਣ ਦੇ ਇਲਾਕੇ ਦੇ ਵਿੱਚ ਬਦਲ ਲਿਆ। ਹੁਣ ਜਦੋਂ ਇਹ ਹਾਲਾਤ ਬਣੇ ਨੇ, ਸਭ ਤੋਂ ਪਹਿਲਾਂ ਜਿਹੜੇ ਭਾਰੀ ਨੁਕਸਾਨ ਹੋਏ ਨੇ ਸੁਮਸ ਪ੍ਰੈਰੀ ਇਲਾਕੇ ਦੇ ਵਿੱਚ ਹੋਏ ਨੇ। ਇੱਥੇ ਉਹ ਦੁਬਾਰਾ ਕੁਦਰਤ ਨੇ ਜਿਵੇਂ ਆਪਣੇ ਥਾਂ ਨੂੰ ਵਾਪਸ ਲੈਣਾ ਹੁੰਦਾ ਤੇ ਉਹ ਸਾਰੇ ਦੇ ਸਾਰੇ ਨੂੰ ਇੱਕ ਵਾਰ ਝੀਲ ਹੀ ਬਣਾ ਦਿੱਤਾ ਦੁਬਾਰਾ। ਇਹ ਹੋਇਆ। ਸੋ ਇੱਥੇ ਜਿਹੜੇ ਨੁਕਸਾਨ ਦੀ ਤੁਸੀਂ ਗੱਲ ਕਰਦੇ ਹੋ, 4 ਐਬਟਸਫੋਰਡ ਦੇ ਵਿੱਚ ਵੱਡੇ ਸਟੇਸ਼ਨ, ਪੰਪ ਸਟੇਸ਼ਨ ਨੇ ਜਿਹੜੇ ਪਾਣੀ ਕੱਢਣ ਵਾਲੇ ਨੇ ਜੀ। ਰਾਤ ਉਹਨਾਂ ਦੇ ਵਿੱਚੋਂ ਇੱਕ ਸਟੇਸ਼ਨ ਫੇਲ ਹੋਣ ਦੀ ਖਬਰ ਆਈ ਸੀ, ਜਿਹੜਾ ਕਿ ਬਹੁਤ ਵੱਡਾ ਹੋਰ ਨੁਕਸਾਨ ਹੋ ਸਕਦਾ ਸੀ, ਜਿਸ ਨੂੰ ਸੁਣ ਕੇ ਜਾਣਕਾਰੀ ਲੈਣ ਤੋਂ ਬਾਅਦ ਲੋਕ ਬੜੇ ਸਤਰਕ ਹੋਏ। ਉਸ ਤੋਂ ਬਾਅਦ ਪ੍ਰਸ਼ਾਸਨ ਨੇ ਪ੍ਰਬੰਧ ਕੀਤਾ। ਇਸ ਜਗ੍ਹਾ ਦਾ ਨਾਂ ਹੈ ਬੈਰੋ ਟਾਊਨ ਪੰਪ ਸਟੇਸ਼ਨ। ਇਹ ਪੰਪ ਸਟੇਸ਼ਨ ਫੇਲ ਹੋਣ ਦੇ ਬਿਲਕੁਲ ਕਗਾਰ ਤੇ ਸੀ ਤੇ ਉਸੇ ਦੌਰਾਨ ਪ੍ਰਸ਼ਾਸਨ ਦੇ ਨਾਲ ਲੋਕਾਂ ਨੇ ਮਿਲ ਕੇ, ਜਿਨ੍ਹਾਂ ਨੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਪਹੁੰਚ ਕੇ ਉੱਥੇ ਰੇਤ ਦੀਆਂ ਬੋਰੀਆਂ ਹੋਰ ਪ੍ਰਬੰਧ ਕਰਕੇ ਆਖਰਕਾਰ ਇਸ ਨੂੰ ਬਚਾ ਲਿਆ। ਹੁਣ ਇਹ ਕਿਹਾ ਜਾ ਰਿਹਾ ਕਿ ਜੇਕਰ ਅੱਜ ਮੌਸਮ ਇੱਥੋਂ ਤਕਰੀਬਨ ਐਬਟਸਫੋਰਡ ਤੇ ਨੇੜਲੇ ਇਲਾਕਿਆਂ ਦੇ ਵਿੱਚ ਬਾਰਿਸ਼ ਵਾਲਾ ਨਹੀਂ ਹੈ, ਮੀਂਹ ਨਹੀਂ ਪੈਂਦਾ, ਤੇ ਫਿਰ ਉਸ ਦਾ ਜਿਹੜਾ ਫਾਇਦਾ ਇਹ ਹੋਏਗਾ ਕਿ ਪਾਣੀ ਦਾ ਜਿਹੜਾ ਪੱਧਰ ਜਿਹੜਾ ਹੈ ਥੋੜਾ ਘਟੇਗਾ ਤੇ ਜਿਹੜਾ ਫਲੱਡ ਗੇਟ ਹੈ ਸੁਮਸ ਪ੍ਰੈਰੀ ਦਾ, ਉਹ ਖੋਲ ਕੇ ਇਹ ਜਿਹੜਾ ਪਾਣੀ ਇਸ ਵੇਲੇ ਸੜਕਾਂ 'ਚ ਇਲਾਕਿਆਂ 'ਚ ਬਹੁਤ ਜ਼ਿਆਦਾ ਹੈ, ਉਹ ਉਧਰ ਨੂੰ ਕੱਢਿਆ ਜਾ ਸਕਦਾ ਹੈ। ਰਹੀ ਗੱਲ ਰਾਹਤ ਕਾਰਜਾਂ ਦੀ, ਕੋਈ ਸ਼ੱਕ ਨਹੀਂ ਕਿ ਲੋਕ ਬਹੁਤ ਜ਼ਿਆਦਾ ਫਸੇ ਸਨ, ਬੁਰੀ ਤਰ੍ਹਾਂ
ਜਿਵੇਂ ਤੁਸੀਂ ਦੱਸਿਆ ਕਿ ਵਾਸ਼ਰੂਮ ਦੇ ਪ੍ਰਬੰਧ ਨਹੀਂ, ਖਾਣ ਪੀਣ ਦੇ ਪ੍ਰਬੰਧ ਨਹੀਂ। ਪਰ ਇਹ ਕੋਈ ਪਹਿਲਾਂ ਏਡੀ ਵੱਡੀ ਵਾਰਨਿੰਗ ਵੀ, ਚੇਤਾਵਨੀ ਵੀ ਨਹੀਂ ਸੀ ਦਿੱਤੀ ਗਈ 24 ਜਾਂ 48 ਘੰਟੇ 'ਚ ਕਿ ਏਡਾ ਵੱਡਾ ਜਿਹੜਾ ਨੁਕਸਾਨ ਹੋ ਸਕਦਾ ਹੈ। ਸੋ ਲੋਕਾਂ ਦਾ ਵੀ ਇਸ ਪੱਖੋਂ ਕਸੂਰ ਨਹੀਂ, ਕੋਈ ਬਾਹਰ ਅੰਦਰ ਗਏ ਸਨ, ਕੋਈ ਇਲਾਕਿਆਂ 'ਚ ਰਹਿੰਦੇ ਹੀ ਨਹੀਂ। ਹੁਣ ਇਹ ਹੈ ਕਿ ਹੌਲੀ ਹੌਲੀ ਮਿਲ ਜੁਲ ਕੇ ਭਾਈਚਾਰੇ ਦੀਆਂ ਸਮੂਹ ਸੰਸਥਾਵਾਂ ਵੀ ਪ੍ਰਸ਼ਾਸਨ ਦਾ ਸਹਿਯੋਗ ਕਰ ਰਹੀਆਂ ਨੇ। ਜਿੰਨੇ ਸਥਾਨਕ ਗੁਰਦੁਆਰੇ ਨੇ ਉਹਨਾਂ ਸਾਰਿਆਂ ਨੇ ਖਾਣ ਪੀਣ ਦਾ ਪ੍ਰਬੰਧ, ਪਦਾਰਥਾਂ ਦਾ ਜਿੰਨਾ ਵੀ ਹੋ ਸਕਦਾ ਹੈ ਉਸ ਦਾ ਇੰਤਜ਼ਾਮ ਕੀਤਾ ਹੈ। ਲੋਕਾਂ ਨੂੰ ਅਜੇ ਤੱਕ ਕੋਈ ਵੀ ਜਾਨੀ ਨੁਕਸਾਨ ਦੀ ਖਬਰ ਨਹੀਂ ਆਈ। ਸੁਚੇਤ ਕਰਕੇ ਬਾਹਰ ਕੱਢਿਆ ਗਿਆ, ਜਿੱਥੇ ਬਹੁਤ ਜ਼ਿਆਦਾ ਫਸੇ ਹੋਏ ਸਨ ਹੈਲੀਕਾਪਟਰ ਵੀ ਵਰਤੇ ਗਏ ਨੇ। ਸੋ ਹੁਣ ਤੱਕ ਦੀ ਜਿਹੜੀ ਖਬਰ ਹੈ ਉਸ ਦੇ ਮੁਤਾਬਕ ਈਸਟ ਐਬਸਫੋਰਡ ਦਾ ਸਮੂਹ ਇਲਾਕਾ ਜਿਹੜਾ ਹੈ ਉਹ ਜਿੱਥੇ ਜਿੱਥੇ ਇਹੋ ਜਿਹਾ ਨੁਕਸਾਨ ਜਾਂ ਜਿੰਨੇ ਖਤਰਨਾਕ ਇਸ ਵੇਲੇ ਅਸੀਂ ਤਸਵੀਰਾਂ, ਵੀਡੀਓ ਜਾਂ ਜੋ ਦੇਖਦੇ ਹਾਂ, ਉਹ ਸਾਰੇ ਇਲਾਕੇ ਦੇ ਵਿੱਚੋਂ ਮਨੁੱਖੀ ਜੀਵਨ ਬਚਾ ਲਿਆ ਗਿਆ। ਹਾਂ, ਗਾਈਆਂ ਬਹੁਤ ਸਨ, ਉਹਨਾਂ ਦੇ ਵਿੱਚੋਂ ਰੈਸਕਿਊ ਵੀ ਕੀਤੀਆਂ ਗਈਆਂ, ਪਰ ਵੱਡੀ ਤਾਦਾਦ ਦੇ ਵਿੱਚ ਜਿਹੜੇ ਪਸ਼ੂ ਹੈ ਉਹ ਪਾਣੀ ਦੇ ਵਿੱਚ ਹੀ ਰੁੜ ਗਏ। ਜਾਂ ਜਿਹੜੇ ਚਿਕਨ ਫਾਰਮ ਸਨ ਜਿੱਥੇ ਬਹੁਤ ਸਾਰੇ ਮੁਰਗੇ ਮੁਰਗੀਆਂ, ਉਹ ਸਾਰੇ ਜਿੰਨੇ ਵੀ ਖਬਰਾਂ ਆ ਰਹੀਆਂ ਨੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ। ਪਾਣੀ ਦੇ ਪ੍ਰਤੀ ਵੀ ਸੁਚੇਤ ਕੀਤਾ ਜਾ ਰਿਹਾ ਹੈ ਕਿ ਕਿਤੇ ਹੋਰ ਇਹੋ ਜਿਹਾ ਨੁਕਸਾਨ ਨਾ ਹੋਵੇ, ਵਾਤਾਵਰਨ ਪ੍ਰਤੀ ਵੀ ਕਿ ਕੋਈ ਬਿਮਾਰੀ ਦਾ ਕੋਈ ਮੰਜ਼ਰ ਨਾ ਦੇਖਣ ਨੂੰ ਮਿਲੇ। ਸੋ ਕਾਫੀ ਮੁਸ਼ਕਲਾਂ ਦਾ ਦੌਰ ਹੈ ਜੀ ਇਸ ਵੇਲੇ, ਜਿਹੜਾ ਕਿ ਮਿਲ ਜੁਲ ਕੇ ਉਸ ਨੂੰ ਨਜਿੱਠਣ ਦੇ ਜਿਹੜੇ ਕਾਰਜ ਚੱਲ ਰਹੇ ਨੇ ਜੀ। ਔਰ ਤੁਹਾਡੇ ਨਾਲ ਗੱਲ ਕਰਦੇ ਕਰਦੇ ਮੈਂ ਨਿਊਜ਼ ਵੀ ਦੇਖ ਰਿਹਾ ਸੀਗਾ ਜੀ ਕਿ ਇੱਕ ਮੌਤ ਹੋਈ ਹੈ, ਇੱਕ ਬੋਡੀ ਮਿਲ ਵੀ ਗਈ ਹੈ, ਪਰ RCMP ਦਾ ਕਹਿਣਾ ਹੈ ਕਿ ਸਾਡੇ ਕੋਲ ਕੋਈ ਗਿਣਤੀ ਨਹੀਂ ਕਿ ਕਿੰਨੇ ਕੁ ਲੋਕ ਇਸ ਵੇਲੇ ਇਸ ਪਾਣੀ ਦੇ ਵਿੱਚ, ਇਹ ਜਿਹੜਾ ਫਲੱਡ ਆਏ ਹੈ ਉਹਦੇ ਵਿੱਚ, ਉਹਦੀ ਗ੍ਰਿਫਤ ਦੇ ਵਿੱਚ ਹਨ। ਕਹਿਣਾ ਮੁਸ਼ਕਿਲ ਹੈ, ਪਰ ਸੱਚਾਈ ਇਹੀ ਹੈ ਕਿ ਜਿਹੜਾ ਹਾਈਵੇ 7 ਹੈ ਖਾਸ ਤੌਰ ਦੇ ਉੱਤੇ, ਜਿਹੜਾ ਉਹਦਾ ਇਲਾਕਾ ਹੈ ਸਭ ਤੋਂ ਵੱਧ ਪ੍ਰਭਾਵਿਤ ਉਹ ਵੀ ਹੋਇਆ ਹੈ। ਐਬਟਸਫੋਰਡ ਦਾ ਇਲਾਕਾ ਪ੍ਰਭਾਵਿਤ ਹੋਇਆ ਹੈ ਦੂਰ ਦੂਰ ਤੱਕ। ਇਹ ਤੇ ਉਹ ਇਲਾਕੇ ਜਿੱਥੇ ਤੱਕ ਮੀਡੀਆ ਦੀ ਨਜ਼ਰ ਜਾ ਰਹੀ ਹੈ। ਕਿੰਨੇ ਕੁ ਐਸੇ ਇਲਾਕੇ ਜਿੱਥੇ ਤੱਕ ਮੀਡੀਆ ਦੀ ਪਹੁੰਚ ਹੀ ਨਹੀਂ ਹੋਈ, ਉੱਥੇ ਕੀ ਸਿਚੁਏਸ਼ਨ ਹੈ ਜਿਹਨਾਂ ਦਾ ਕੋਈ ਸੰਪਰਕ ਹੀ ਨਹੀਂ ਹੋ ਰਿਹਾ ਜੇ ਰਾਹਤ ਕਾਰਜਾਂ ਦੇ ਕਰਨ ਵਾਲੇ ਲੋਕਾਂ ਦੇ ਨਾਲ। ਤਾਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਸਿਚੁਏਸ਼ਨ ਕਿੰਨੀ ਕੁ ਡਰਾਵਨੀ ਹੈ, ਕਿੰਨੀ ਕੁ ਭਿਆਨਕ ਹੈ। ਔਰ ਪ੍ਰੋਫੈਸਰ ਸਾਹਿਬ, ਆਪਣੇ ਅਸੀਂ ਦੇਖਿਆ ਹੈ ਜਿੰਨੇ ਗੁਰੂ ਘਰ ਨੇ ਖਾਸ ਤੌਰ ਦੇ ਉੱਤੇ, ਜਦੋਂ ਕਦੇ ਕੋਈ ਇਸ ਤਰ੍ਹਾਂ ਦੀ ਵਿਪਤਾ ਆਉਂਦੀ ਹੈ ਤੇ ਉਹ ਆਪਣੇ ਦਰਵਾਜ਼ੇ ਖੋਲ੍ਹ ਦਿੰਦੇ ਆ, ਜਿਸ ਇਲਾਕੇ 'ਚ ਵੀ ਗੁਰੂ ਘਰ ਹੋਣ। ਬਲਕਿ ਦੂਰ ਦੂਰ ਤੋਂ ਸੰਗਤਾਂ ਉੱਥੇ ਸਮੱਗਰੀ ਲੈ ਕੇ, ਰਾਹਤ ਕਾਰਜ ਲੈ ਕੇ ਉੱਥੇ ਪਹੁੰਚ ਜਾਂਦੇ ਆ ਵੋਲੰਟੀਅਰਲੀ। ਤਾਂ ਆਈ ਐਮ ਸ਼ੋਰ ਕਿ ਆਪਣੀ ਕਮਿਊਨਿਟੀ ਵੀ ਇਹਦੇ 'ਚ ਪੂਰਾ ਯੋਗਦਾਨ ਪਾਏਗੀ ਜਦੋਂ ਥੋੜ੍ਹਾ ਜਿਹਾ ਵੀ ਹਾਲਾਤ ਨਾਰਮਲ ਹੋਣਗੇ। ਬਿਲਕੁਲ ਜੀ, ਪਾ ਰਹੀ ਹੈ ਜੀ, ਇਸ ਦੇ ਵਿੱਚ ਕੋਈ ਸ਼ੱਕ ਨਹੀਂ। ਜਦੋਂ ਅਸੀਂ ਦੇਖਦੇ ਹਾਂ ਕਿ ਇਸ ਵੇਲੇ ਜਿੱਥੇ ਆਵਾਜ਼ ਜਦੋਂ ਪ੍ਰਸ਼ਾਸਨ ਨੇ ਦਿੱਤੀ ਹੈ, ਉਸ ਵੇਲੇ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਸਰਗਰਮ ਹੋ ਗਈਆਂ। ਉਹਨਾਂ ਨੇ ਪੂਰਾ ਯੋਗਦਾਨ ਪਾਇਆ ਵੀ ਹੈ ਤੇ ਹੋਰ ਵੀ ਜਿਵੇਂ ਜਿਵੇਂ ਪਤਾ ਲੱਗਿਆ, ਕਿਉਂਕਿ ਘਰਾਂ ਨੂੰ ਛੱਡ ਕੇ ਲੋਕ ਜਿੱਥੇ ਜਿੱਥੇ ਮੂਵ ਹੋ ਗਏ ਨੇ, ਪਹੁੰਚੇ ਨੇ, ਉਹਨਾਂ ਦੇ ਵਾਸਤੇ ਵੀ ਜਿਵੇਂ ਜਾਣਕਾਰੀ ਮਿਲਦੀ ਹੈ ਉਹਨਾਂ ਦੇ ਕੋਲ, ਉਸ ਨੂੰ ਜਾਣਕਾਰੀ ਨੂੰ ਆਧਾਰ ਬਣਾ ਕੇ ਉੱਥੇ ਵੀ ਇਹ ਸਾਰਾ ਕੁਝ ਹੋਏਗਾ। ਇੱਥੇ ਇੱਕ ਗੱਲ ਬੜੀ ਜ਼ਿਕਰਯੋਗ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਨਵੰਬਰ ਮਹੀਨੇ ਸਾਰੇ ਕੈਨੇਡਾ ਦੇ ਵਿੱਚ ਖੂਨਦਾਨ ਕੈਂਪ ਲੱਗਦੇ ਨੇ ਸਿੱਖ ਨਸਲਕੁਸ਼ੀ ਦੇ ਬੇਸ ਤੇ। 1984 ਨੂੰ ਆਧਾਰ ਬਣਾ ਕੇ ਐਬਸਫੋਰਡ ਵੀ 20-21 ਤਾਰੀਖ ਨੂੰ ਹੈ, ਹੋਰਨਾਂ ਸ਼ਹਿਰਾਂ 'ਚ ਵੀ ਨੇ, BC ਤੋਂ ਇਲਾਵਾ ਬਾਕੀ ਵੀ ਨੇ। ਇਹ ਕਾਰਜ ਲਈ ਪਹਿਲਾਂ ਜਿਹੜਾ ਬਲੱਡ ਸਰਵਿਸਿਜ਼ ਨੇ ਕਿਹਾ ਸੀ ਕਿ ਕੈਨੇਡਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਯੂਨਿਟ ਦੇਣ ਵਾਲੀ ਕੋਈ ਕੌਮ ਇਸ ਇੱਕ ਖਾਸ ਮੌਕੇ ਤੇ ਉਹ ਸਿੱਖ ਕੌਮ ਹੈ, ਸਤਿਕਾਰ ਦਿੱਤਾ। ਅੱਜ ਜਦੋਂ ਅਸੀਂ ਇਸ ਸਮੇਂ ਹੀ ਇੱਕ ਮਨੁੱਖੀ ਸੰਕਟ ਦੀ ਗੱਲ ਦੇਖਦੇ ਹਾਂ ਤੇ ਉਸ ਦੇ ਵਿੱਚ ਜਿਸ ਤਰ੍ਹਾਂ ਦੀ ਭੂਮਿਕਾ ਨਿਭਾਈ ਜਾ ਰਹੀ ਹੈ ਵਲੰਟੀਅਰ ਪੱਧਰ ਤੇ ਜਾਂ ਸਹਿਯੋਗੀ ਆਰਥਿਕ ਪੱਧਰ ਤੇ, ਉਸ ਦੀ ਪੁਰਜ਼ੋਰ ਸ਼ਲਾਘਾ ਹੋ ਰਹੀ ਹੈ। ਇੱਥੋਂ ਇੱਕ ਸਬਕ ਜ਼ਰੂਰ ਮਿਲਦਾ ਹੈ। ਕਈ ਵਾਰ ਸਾਡਾ ਸੁਭਾਅ ਬਣ ਜਾਂਦਾ ਹੈ ਕਿ ਸੈਲਫ ਕ੍ਰਿਟਿਸਿਜ਼ਮ ਇੰਨਾ ਜ਼ਿਆਦਾ ਕਰਨਾ, ਇੰਨੀ ਆਲੋਚਨਾ ਕਰਨੀ, ਕੋਈ ਘਟਨਾਵਾਂ ਭਾਈਚਾਰਿਆਂ ਦੇ ਵਿੱਚ ਨਿੱਕਾ ਦੁੱਕਾ ਚੱਲਦੀਆਂ ਰਹਿੰਦੀਆਂ ਨੇ, ਉਹਨਾਂ ਨੂੰ ਲੈ ਕੇ ਉਸ ਦੀ ਗੱਲ ਨੂੰ ਆਧਾਰ ਬਣਾ ਕੇ ਅਸੀਂ ਨੈਗੇਟਿਵ ਚੱਲਦੇ ਹਾਂ। ਪਰ ਪੋਜ਼ਿਟਿਵਨੈਸ ਦੇਖੀਏ ਕਿ ਓਵਰਆਲ ਜਿਹੜੀ ਇਹ ਪਿਕਚਰ ਬਣ ਰਹੀ ਹੈ, ਜਿਹੜਾ ਹੁਣ ਕੰਮਕਾਰ ਚੱਲ ਰਿਹਾ ਹੈ ਮੁਸ਼ਕਲ ਦੇ ਦੌਰ ਦੇ ਵਿੱਚ, ਉਸ ਦੇ ਵਿੱਚ ਸਾਡੇ ਲੋਕਾਂ ਨੇ ਖੁੱਲ੍ਹੇ ਤੌਰ ਤੇ, ਗੁਰਦੁਆਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਮੰਚ ਤੋਂ ਪ੍ਰਸ਼ਾਸਨ ਨੂੰ ਵੀ ਜਿੱਥੇ ਜਿੱਥੇ ਵੀ ਕੋਈ ਲੋੜ ਹੈ ਸਾਨੂੰ ਦੱਸੋ, ਅਸੀਂ ਜਾ ਕੇ ਆਪਣੀਆਂ ਵਲੰਟੀਅਰ ਦੀਆਂ ਟੀਮਾਂ ਉੱਥੇ ਜਾ ਕੇ ਮਦਦ ਕਰਾਂਗੇ, ਜਿੰਨਾ ਸਾਨੂੰ ਤੁਸੀਂ ਨਿਰਦੇਸ਼ ਦਿਓਗੇ।
ਤੇ ਅਸੀਂ ਉਸ ਹਿਸਾਬ ਦੇ ਨਾਲ ਮਿਲ ਕੇ ਉੱਥੇ ਉਹ ਜਿੰਨਾ ਸਮਾਨ ਚਾਹੀਦਾ ਉਹ ਪਹੁੰਚਾਵਾਂਗੇ। ਸੋ ਇਸ ਗੱਲ ਦੇ ਵਿੱਚ ਕਾਫੀ ਤਸੱਲੀ ਹੈ। ਹਾਂ, ਇੰਨਾ ਜ਼ਰੂਰ ਹੈ, ਜਿਵੇਂ ਤੁਸੀਂ ਇੱਕ ਮੌਤ ਦੀ ਗੱਲ ਕੀਤੀ ਸੀ, ਇਹ ਬਿਲਕੁਲ ਨੈਚੁਰਲ ਜਿਹੜੀਆਂ ਸਾਡੇ ਕੋਲੇ ਰੈਗੂਲਰ ਜਿਹੜਾ ਲਾਈਫ ਹੈ ਉਸ ਦੇ ਵਿੱਚ ਘਟਨਾਵਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ। ਪਰ ਮੇਰਾ ਮਤਲਬ ਇਹ ਹੈ ਕਿ ਵੱਡੇ ਜਾਨੀ ਨੁਕਸਾਨ ਦੇ ਤੌਰ ਤੇ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਉਹ ਜਿਹੜਾ ਪੋਜ਼ਿਟਿਵਨੈਸ ਉਸਾਰੂ ਪੱਖ ਹੈ ਜਿਸ ਨੂੰ ਵਰਤ ਕੇ ਮਨੁੱਖਾਂ ਨੂੰ ਬਚਾਉਣ ਦੇ ਲਈ ਮਨੁੱਖੀ ਜੀਵਨ ਨੂੰ ਪਹਿਲ ਦੇ ਕੇ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਸੋ ਅਸੀਂ ਇਸ ਗੱਲ ਦੇ ਲਈ ਵੀ ਜ਼ਰੂਰ ਸ਼ੁਕਰਗੁਜ਼ਾਰ ਹੋਈਏ। ਠੀਕ ਹੈ ਜੀ, ਇੱਕ ਲਾਸਟ ਜਾਂਦੇ ਤੇ ਕੁਐਸਚਨ ਜਿਹੜੇ ਸਾਡੇ ਤੁਹਾਡੇ ਪ੍ਰੀਮੀਅਰ ਨੇ ਜੌਨ ਹਾਰਗਨ, ਉਹਨਾਂ ਨੇ ਵੀ ਕਿਹਾ ਹੈ ਕਿ ਇਹ ਜਿਹੜੀ ਐਡੀ ਵੱਡੀ ਟ੍ਰੈਜਡੀ ਹੈ ਉਹ ਤੇ ਹੈ ਹੀ ਹੈ, ਪਰ ਉਹਨਾਂ ਨੇ ਕਿਹਾ ਜੀ ਅਨਪ੍ਰੈਸੀਡੈਂਟਡ ਸੀ। ਉਹਨਾਂ ਦਾ ਕਹਿਣਾ ਹੈ ਕਿ ਇਹ ਅਸੀਂ ਐਕਸਪੈਕਟ ਨਹੀਂ ਸੀ ਕੀਤਾ ਕਿ ਇੰਨੀ ਤੇਜ਼ੀ ਦੇ ਨਾਲ ਇੰਨੀ ਭਾਰੀ ਮੀਂਹ ਪਏਗਾ ਤੇ ਇੰਨਾ ਵੱਡਾ ਜਿਹੜਾ ਨੁਕਸਾਨ ਹੋ ਜਾਏਗਾ। ਤਾਂ ਇੱਥੋਂ ਆਪਾਂ ਨੂੰ ਇੱਕ ਸਬਕ ਸਿੱਖਣ ਨੂੰ ਮਿਲਦਾ ਹੈ ਸਾਹਿਬ ਕਿ ਅਸੀਂ ਕਹਿੰਦੇ ਹਾਂ ਵੀ ਅਸੀਂ ਹੁਣ ਜਿਹੜਾ ਇਹ ਮੌਸਮ ਵਿਭਾਗ ਹੈ ਇੱਥੇ ਤਾਂ ਸਾਡੇ ਹਰ ਘੰਟੇ ਬਾਅਦ, ਤੁਸੀਂ ਵੀ ਉੱਥੇ ਮੇਰੇ ਖਿਆਲ ਡੈਫੀਨੇਟਲੀ ਦੇਖਦੇ ਹੋਵੋਗੇ, ਸਾਡੇ ਇੱਥੇ ਇੱਕ ਦੋ ਚੈਨਲ ਨੇ ਜੀ, ਹਰ 15 ਮਿੰਟ ਬਾਅਦ ਮੌਸਮ ਦੀ ਜਾਣਕਾਰੀ ਉਹ ਦਿੰਦੇ ਹੈ, ਹਰ 15 ਮਿੰਟ ਤੋਂ ਬਾਅਦ ਉਹ ਮੌਸਮ ਨੂੰ ਅਪਡੇਟ ਕਰਦੇ ਹੈ। ਤਾਂ ਅਸੀਂ ਇਹ ਬੜਾ ਦਾਅਵਾ ਕਰਦੇ ਫਿਰਦੇ ਹਾਂ ਕਿ ਜੀ ਹੁਣ ਤਾਂ ਅਸੀਂ ਇੰਨੇ ਮਾਡਰਨ ਹੋ ਗਏ, ਸਾਡੀ ਟੈਕਨੋਲੋਜੀ ਇੰਨੀ ਐਡਵਾਂਸ ਹੋ ਗਈ ਕਿ ਅਸੀਂ ਅਗਲੇ ਹਫ਼ਤੇ ਦਾ ਜਿਹੜਾ ਆਉਣ ਵਾਲਾ ਮੌਸਮ ਹੈ ਅਸੀਂ 15 ਦਿਨ ਦਾ, ਮਹੀਨੇ ਦਾ ਵੀ ਦੱਸ ਸਕਦੇ ਹਾਂ। ਪਰ ਐਡਾ ਵੱਡਾ ਨੁਕਸਾਨ ਹੋਣਾ ਸੀ, ਇੰਨੀ ਵੱਡੀ ਖਰਾਬੀ ਹੋਣੀ ਸੀ, ਇੰਨੀ ਜ਼ਿਆਦਾ ਜਿਹੜੀ ਫਲੈਸ਼ ਫਲੱਡਿੰਗ ਹੋਣੀ ਸੀ, ਇਹ ਮੌਸਮ ਵਿਭਾਗ ਨੂੰ ਪਤਾ ਹੀ ਨਹੀਂ ਲੱਗਾ। ਇਹਦਾ ਮਤਲਬ ਇਹੀ ਹੈ ਕਿ ਜਿਹੜੀ ਅਸੀਂ ਗੱਲ ਬਾਰ-ਬਾਰ ਕੱਲ੍ਹ ਵੀ ਕੀਤੀ ਸੀ ਵੀ ਗਲੋਬਲ ਵਾਰਮਿੰਗ ਵੀ ਕੁਛ ਵੀ ਹੋ ਸਕਦਾ ਹੈ। ਅਸੀਂ ਇਹ ਮੰਨ ਕੇ ਚੱਲੀਏ ਵੀ ਜੋ ਅਸੀਂ ਧਰਤੀ ਦਾ ਹਾਲ ਕਰ ਦਿੱਤਾ ਹੈ ਇਹਦੀ ਸਜ਼ਾ ਜ਼ਰੂਰ ਮਿਲੇਗੀ ਔਰ ਬਹੁਤ ਭਾਰੀ ਸਜ਼ਾ ਮਿਲੇਗੀ। ਇਹ ਗੱਲ ਇਸ ਜ਼ਾਹਰ ਹੋ ਗਈ ਹੈ। ਸਾਡੇ ਜਿਹੜੇ ਮਾਹਰ ਵਿਗਿਆਨੀ ਮੌਸਮ ਦੇ ਜਾਂ ਹੋਰ ਨੇ ਉਹਨਾਂ ਦੀ ਪਕੜ 'ਚ ਇਹ ਗੱਲ ਕਿਉਂ ਨਹੀਂ ਆਈ, ਜਾਂ ਇਸ ਦੇ ਬਾਰੇ ਪ੍ਰਸ਼ਾਸਨ ਸਤਰਕ ਕਿਉਂ ਨਹੀਂ ਹੋਇਆ, ਜਾਂ ਉਹਨਾਂ ਦੇ ਮੇਅਰ ਦੇ ਪ੍ਰੀਮੀਅਰ ਤੇ ਮੇਅਰ ਜਾਂ ਬਾਕੀ ਸਾਰਿਆਂ ਦੇ ਜਿਹੜੇ ਬਿਆਨ ਨੇ ਉਹਨਾਂ ਤੋਂ ਝਲਕ ਮਿਲਦੀ ਹੈ। ਹੁਣ ਇੱਥੇ ਬਹੁਤ ਸਪਸ਼ਟ ਸੋਚ ਸਾਡੀ ਹੈ ਕਿ ਜਿਹੜੇ ਇਹ ਸਾਰੇ ਦੇ ਸਾਰੇ ਇਲਾਕੇ ਸਨ, ਤੁਸੀਂ 100 ਸਾਲ ਪਿੱਛੇ ਦਾ ਇਤਿਹਾਸ ਦੇਖੋ, ਇੱਥੇ ਜੰਗਲ ਬੀਆਬਾਨ ਸਨ, ਇਹ ਕੁਦਰਤ ਨੇ ਆਪਣੇ ਕੋਲ ਰੱਖੇ ਹੋਏ ਸਨ ਸੰਤੁਲਨ ਕਰਨ ਲਈ ਵੀ ਮਨੁੱਖੀ ਜੀਵਨ ਪਰਾਂ ਰਹੋ, ਇਹ ਮੈਨੂੰ ਕਰਨ ਦਿਓ। ਹੁਣ ਜਿਹੜਾ ਸੁਮਸ ਪਰਾਰੀ ਦਾ ਝੀਲ ਇਲਾਕਾ, ਜਿਹੜਾ ਇਲਾਕਾ ਹੈ ਹੀ 1920 ਦੇ ਵਿੱਚ ਹੈ ਹੀ ਝੀਲ ਸੀ, ਤੇ ਅੱਜ ਜਾ ਕੇ ਦੇਖੋ ਫਿਰ ਝੀਲ ਬਣੀ ਪਈ ਹੈ ਉੱਥੇ। ਇਹ ਇਲਾਕੇ ਕੁਦਰਤ ਦੇ ਹੁਣ ਵੱਡੇ ਤੁਸੀਂ ਦੇਖੋ ਜੀ, ਉਹ ਸਾਰੀਆਂ ਮਨੁੱਖ ਨੇ ਕੀ ਕੀਤੀਆਂ ਜੀ, ਪਾਈਪ ਲਾਈਨਾਂ ਵਿਛਾ ਦਿੱਤੀਆਂ। ਇੰਡੀਜਨਸ ਭਾਈਚਾਰੇ ਦੇ ਲੋਕ ਪਿੱਟ ਕੇ ਹਰ ਗਏ, ਥੰਬ ਗਏ। ਫੈਡਰਲ ਪ੍ਰੋਵਿੰਸ਼ੀਅਲ ਪੱਧਰ ਤੇ ਉਹ ਨਾ ਭਾਈ ਇਸ ਤਰ੍ਹਾਂ ਨਾ ਕਰੋ, ਨਹੀਂ ਜੀ ਅਸੀਂ ਤਰੱਕੀ ਮਨੁੱਖ ਦੀ ਕਰਨੀ ਹੈ। ਗਗਨ ਚੁੰਬੀ ਇਮਾਰਤਾਂ ਆ ਰਿਚਮੰਡ ਦੇ ਕੋਲ ਸਮੁੰਦਰ ਦੇ ਕੰਢੇ ਕਿੱਡੀਆਂ ਇਮਾਰਤਾਂ ਨੇ। ਅੱਜ ਤੋਂ ਕਾਫੀ ਚਿਰ ਪਹਿਲਾਂ ਜਦੋਂ ਕੋਈ ਜ਼ਿਕਰ ਕਰਦਾ ਸੀ ਕਿਤੇ ਹੜ੍ਹ ਨਾ ਆ ਜਾਏ, ਆ ਨਾ ਹੋ ਜਾਏ, ਨਾ ਜੀ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ। ਅਸੀਂ ਬੜਾ ਦਾਅਵੇ ਨਾਲ ਕਹਿੰਦੇ ਬਿਲਕੁਲ ਸਮੁੰਦਰ ਦੇ ਵਿੱਚ ਘਰ ਬਣਾਈ ਬੈਠੇ ਆ। ਤੇ ਹੁਣ ਜਦੋਂ ਇਹ ਕੁਛ ਕਰਨਾ ਹੈ ਤਾਂ ਇਹਦੀ ਕੀਮਤ ਵੀ ਚੁਕਾਉਣੀ ਪੈਣੀ ਹੈ, ਤਿਆਰ ਰਹਿਣਾ ਪੈਣਾ। ਜਦੋਂ ਹਰ ਥਾਂ ਤੇ ਜਾ ਕੇ ਮੈਨੂੰ ਇਸ ਤਰ੍ਹਾਂ ਦਾ ਵਿਊ ਚਾਹੀਦਾ, ਮੈਨੂੰ ਆਹ ਦੇਖੋ, ਮਨੁੱਖ ਨੇ ਉਸ ਆਪਣੀ ਚੇਸ਼ਟਾ ਜਾਂ ਚਾਹ ਦੇ ਵਾਸਤੇ ਕੁਦਰਤ ਨੂੰ ਰੱਜ ਕੇ ਇਸਤੇਮਾਲ ਕੀਤਾ ਤੇ ਓਜ਼ੋਨ ਲੇਅਰ ਖਤਮ ਕਰ ਦਿੱਤੀ। ਕਿੱਥੇ ਭਰਿਆੜ ਹੋਏ ਪਏ ਨੇ, ਜੀਵਨ ਖਤਮ ਹੋ ਗਿਆ। ਜੇ ਇਸੇ ਤਰ੍ਹਾਂ ਹੀ ਰਿਹਾ ਤਾਂ ਕੁਝ ਸਮੇਂ ਦੇ ਬਾਅਦ ਇਹ ਵੀ ਹੋ ਜਾਏਗਾ, ਸਾਡੀਆਂ ਪੁਸ਼ਾਕਾਂ ਵੀ ਬਦਲ ਜਾਣੀਆਂ, ਕਿਉਂਕਿ ਜਿਹੜੀਆਂ ਰੇਜ਼ ਨੇ ਸਾਡੇ ਪਿੰਡੇ ਨੂੰ ਖਤਮ ਕਰ ਦੇਣਾ, ਜਿਹੜੀਆਂ ਕੈਂਸਰ ਦੀ ਅੱਜ ਗੱਲ ਕਰਦੇ ਆ ਕਿੰਨਾ ਖਤਰਨਾਕ ਹੋਣਾ। ਜਿਹੜਾ ਇਹ ਵਿਗਿਆਨੀਆਂ ਵਗੈਰਾ ਦਾ ਨਾ ਇਹ ਸਾਰਾ ਇੱਕ ਦਾਇਰਾ ਹੀ ਹੈ, ਇਹ ਕੋਈ ਇਉਂ ਨਹੀਂ ਵੀ ਕੁਦਰਤ ਤੋਂ ਉੱਤੇ ਕੋਈ ਨਹੀਂ। ਤਾਂ ਹੀ ਗੁਰਬਾਣੀ ਚ ਕਿਹਾ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਆ ਜਿਹੜੇ ਉਹਦਾ ਅੰਤ ਲਖਣ ਨੂੰ ਫਿਰਦੇ ਨੇ ਨਾ, ਅੱਜ ਇਹਨਾਂ ਦੇ ਹੱਥ ਖੜੇ ਹੋ ਗਏ ਨੇ। ਕੁਦਰਤ ਦਾ ਅੰਤ ਲਖਣ ਵਾਲਿਆਂ ਨੂੰ ਅਜੇ ਇੰਨੀ ਸਮਝ ਨਹੀਂ ਕਿ ਕਿੱਥੋਂ ਤਾਈਂ ਕੁਦਰਤ ਜਾ ਸਕਦੀ ਹੈ। ਸੋ ਅਖੀਰ ਨੂੰ ਇਹੀ ਹੈ ਕਿ ਆਪਣੇ ਆਪ ਨੂੰ ਕੁਦਰਤ ਦੇ ਅੱਗੇ ਮੱਥਾ ਟੇਕਣਾ ਤੇ ਉਸ ਦਾ ਸਤਿਕਾਰ ਕਰਨਾ ਸਿੱਖੀਏ। ਕੁਦਰਤ ਨਾ ਕਦੇ ਕ੍ਰੋਧਵਾਨ ਹੁੰਦੀ ਹੈ, ਨਾ ਕਦੇ ਕਰੋਪੀ ਕਰਦੀ ਹੈ, ਨਾ ਕਹਿਰ ਕਰਦੀ ਹੈ। ਮਨੁੱਖ ਹੀ ਹੈ ਜਿਹੜਾ ਖੁਦ ਇਸ ਲਈ ਜ਼ਿੰਮੇਵਾਰ ਹੈ। ਮੈਂ ਤਾਂ ਵਾਰ-ਵਾਰ ਕਹਿੰਦਾ ਹੁੰਦਾ, ਜਿਵੇਂ ਤੁਸੀਂ ਪਹਿਲਾਂ ਅਨਾਉਂਸ ਕੀਤਾ ਗੁਰੂ ਨਾਨਕ ਸਾਹਿਬ ਦਾ ਆਗਮਨ ਪੁਰਬ, ਉਸ ਦੇ ਬਾਅਦ ਰਿਲੀਜ਼ ਸਾਰਾ ਜਿਹੜਾ ਮੀਡੀਆ ਚੈਨਲ ਦੇ ਰਾਹੀਂ ਹੋਣਾ, ਬੜਾ ਅੱਛਾ ਇਸ ਦਾ ਫਾਇਦਾ ਉਠਾਈਏ, ਉਸ ਤੋਂ ਸੇਧ ਲਈਏ, ਪ੍ਰੈਕਟੀਕਲੀ ਉਸ ਨੂੰ ਫਿਰ ਵਰਤੀਏ। ਤੇ ਗੁਰਬਾਣੀ ਨੇ ਤਾਂ ਵਾਰ-ਵਾਰ ਕਿਹਾ ਕਿ ਜਿਹੜਾ ਕੁਦਰਤ ਤੇ ਕਾਦਰ ਦਾ ਜਿਹੜਾ ਸੰਬੰਧ ਹੈ
ਉਸ ਦੇ ਅਨੁਸਾਰ ਆਪਣੇ ਆਪ ਨੂੰ ਰਹੀਏ। ਇਸ ਸਮੇਂ ਵੀ ਸਾਨੂੰ ਸੇਵਾ ਲਈ ਵੀ ਗੁਰੂ ਸਾਹਿਬ ਦੇ ਸੰਦੇਸ਼ ਤੋਂ ਤੇ ਕੁਦਰਤ ਦਾ ਸਤਿਕਾਰ ਕਰਨ ਲਈ ਵੀ ਗੁਰੂ ਸਾਹਿਬ ਦੇ ਉਪਦੇਸ਼ ਤੋਂ ਸੇਧ ਲੈਣ ਦੀ ਲੋੜ ਹੈ। ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਔਰ ਇਹਦੇ ਨਾਲ ਮੈਂ ਜੁੜਦੀ ਇੰਨੀ ਗੱਲ ਹੀ ਕਹਾਂਗਾ ਕਿ ਗਗਨ ਚੁੰਬਕੀਆਂ ਜਿਹੜੀਆਂ ਇਮਾਰਤਾਂ ਤੁਸੀਂ ਗੱਲ ਜ਼ਿਕਰ ਕੀਤਾ ਹੈ, ਉਹ ਤਾਂ ਹੈ ਹੀ ਹੈ। ਜਿਹੜਾ ਵੱਡੇ ਅਸੀਂ ਕਾਰਖਾਨੇ ਲਾ ਲਏ, ਵੱਡੀਆਂ ਇਮਾਰਤਾਂ ਉਸਾਰ ਲਈਆਂ, ਉਹ ਤਾਂ ਹੈ ਹੀ ਹੈ। ਪਰ ਅਸੀਂ ਦੇਖਿਆ ਕਿ ਐਸਾ ਜੀਵ ਜਿਹੜਾ ਨਜ਼ਰ ਨਹੀਂ ਆਉਂਦਾ, ਉਹ ਵਾਇਰਸ ਕੋਵਿਡ-19 ਦਾ, ਜਿਹੜਾ ਕਿਤੇ ਨਜ਼ਰ ਵੀ ਨਹੀਂ ਆ ਰਿਹਾ, ਸਾਰੀ ਦੁਨੀਆ ਉਹਨੇ ਖੜੀ ਕਰਕੇ ਰੱਖ ਦਿੱਤੀ, ਸਾਰੀ ਦੁਨੀਆ ਹਿਲਾ ਕੇ ਰੱਖ ਦਿੱਤੀ। ਸੋ ਇਹ ਜ਼ਰੂਰੀ ਨਹੀਂ ਕਿ ਜਿਹੜੀ ਚੀਜ਼ ਨਜ਼ਰ ਆਉਂਦੀ ਹੈ ਉਹੀ ਨੁਕਸਾਨ ਕਰ ਸਕਦੀ ਹੈ। ਜੇ ਕੋਈ ਐਸੀ ਚੀਜ਼ ਹੋਵੇ ਜਿਹੜੀ ਦ੍ਰਿਸ਼ ਵੀ ਨਾ ਨਜ਼ਰ ਆਉਂਦੀ ਹੋਵੇ, ਇਨਸਾਨ ਕਿੰਨਾ ਕੁ ਤਾਕਤਵਰ ਬਣ ਗਿਆ, ਵੱਡੇ ਟੈਂਕ ਬਣਾ ਲਏ, ਵੱਡੀਆਂ ਮਿਜ਼ਾਈਲਾਂ ਬਣਾ ਲਈਆਂ, ਕੀ ਕੁਝ ਇਨਸਾਨ ਨੇ ਨਹੀਂ ਬਣਾ ਲਿਆ ਤਾਕਤਵਰ ਬਣਨ ਲਈ। ਪਰ ਉਸ ਚੀਜ਼ ਤੋਂ ਹਰਦਾ ਨਜ਼ਰ ਆ ਰਿਹਾ ਹੈ ਜਿਹੜੀ ਚੀਜ਼ ਨਜ਼ਰ ਨਹੀਂ ਆਉਂਦੀ। ਅਤੇ ਜੇ ਉਹਦਾ ਮੁਕਾਬਲਾ ਇਨਸਾਨ ਨਹੀਂ ਕਰ ਸਕਦਾ ਤਾਂ ਬਾਕੀ ਤਾਂ ਫਿਰ ਕੀ ਮੁਕਾਬਲਾ ਕਰੇਗਾ। ਔਰ ਇਹ ਸਾਬਤ ਹੋ ਗਿਆ ਸਾਡੇ ਦੇਖਦਿਆਂ ਸਾਡੇ ਜੀਵਨ ਦੇ ਵਿੱਚ ਕਿ ਕੋਵਿਡ ਵਰਗੀ ਇੱਕ ਐਸੀ ਬਿਮਾਰੀ, ਮਹਾਂਮਾਰੀ ਜਿਹੜੀ ਕਦੀ ਸੋਚੀ ਨਹੀਂ ਸੀ ਕਿ ਕਦੀ ਇਹ ਵੀ ਯੁੱਗ ਆਏਗਾ ਕਿ ਦੁਨੀਆ ਬਿਲਕੁਲ ਨਸ਼ਟ ਹੋਣ ਦੀ ਕਗਾਰ 'ਤੇ ਆ ਜਾਏਗੀ। ਅਸੀਂ ਦੇਖ ਲਿਆ, ਬਚੇ ਹਾਂ ਅਜੇ, ਪਰ ਪਤਾ ਨਹੀਂ ਕਿੰਨੀ ਕੁ ਦੇਰ ਬਚਾਂਗੇ। ਅੱਜ ਤੇ ਕੋਵਿਡ ਤੋਂ ਬਚ ਗਏ ਹਾਂ, ਇਸ ਵਾਇਰਸ ਤੋਂ। ਕੱਲ੍ਹ ਕੁਝ ਹੋਰ ਐਸਾ ਆ ਗਿਆ ਵਾਇਰਸ, ਅਤੇ ਪਤਾ ਨਹੀਂ ਪਲ ਛਿਨ ਦੇ ਵਿੱਚ ਧਰਤੀ ਦਾ ਕੀ ਬਣ ਜਾਏ। ਤਾਂ ਇਸ ਨੂੰ ਬਚਾਉਣ ਦੀ ਲੋੜ ਹੈ। ਔਰ ਧਾਰਮਿਕ ਬਣਨਾ ਚੰਗੀ ਗੱਲ ਹੈ, ਪਰ ਸੱਚਾ ਧਾਰਮਿਕ ਬੰਦਾ ਉਹੀ ਜਿਹੜਾ ਜੋ ਦਰਸਾਇਆ ਗਿਆ ਹੈ ਮਾਰਗ ਗੁਰੂ ਸਾਹਿਬਾਨਾਂ ਵੱਲੋਂ, ਉਸ 'ਤੇ ਅਮਲ ਵੀ ਕਰੇ। ਅਮਲ ਨਾ ਕਰਨਾ, ਗੁਰਬਾਣੀ ਪੜ੍ਹੀ ਜਾਣੀ, ਸੁਣ ਲੈਣੀ, ਕੋਈ ਮਤਲਬ ਨਹੀਂ। ਅਮਲ ਕਰਨਾ ਜਦ ਤੱਕ ਨਹੀਂ ਹੋਏਗਾ ਤਦ ਤੱਕ ਕੋਈ ਫਰਕ ਨਹੀਂ ਪੈਣਾ। ਜੋ ਚੱਲ ਰਿਹਾ ਇਹ ਹੋਰ ਬਦ ਨਾਲੋਂ ਬੱਤਰ ਹੁੰਦਾ ਜਾਏਗਾ। ਪਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਲਾਸਟ ਕੁਛ ਇੱਕ ਦੋ ਸ਼ਬਦ ਕਹਿਣਾ ਚਾਹੋ? ਅਖੀਰ ਦੇ ਵਿੱਚ ਇਹੀ ਹੈ ਕਿ ਬਿਨਾਂ ਸ਼ੱਕ ਕਿ ਇਸ ਵੇਲੇ ਸੰਕਟ ਦੀ ਘੜੀ ਹੈ। ਅਸੀਂ ਇਸ ਵੇਲੇ ਉਸਾਰੂ, ਸਿਰਜਣਾਤਮਕ, ਸਕਾਰਾਤਮਕ ਸੋਚ ਲੈ ਕੇ ਅਗਾਂਹ ਤੁਰੀਏ ਤੇ ਤੁਰ ਰਹੇ ਹਾਂ। ਨਾਲ ਹੀ ਜਿਹੜਾ ਗੁਰੂ ਸਾਹਿਬ ਦੇ ਉਪਦੇਸ਼ ਸੰਦੇਸ਼ ਨੂੰ ਵਿਹਾਰਕ ਰੂਪ ਦੇ ਵਿੱਚ ਜ਼ਰੂਰ ਜੀਵਨ ਦੇ ਵਿੱਚ ਧਾਰਨ ਕਰੀਏ। ਤੇ ਬਾਕੀ ਜਿਹੜੇ ਕਾਰਜ ਇੱਥੇ ਚੱਲ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਮੇਰਠ ਤੋਂ, ਜ਼ਿਲ੍ਹਾ ਬੈਕ ਤੋਂ, ਹੋਪ ਤੋਂ, ਐਵਸਫੋਰਡ ਤੋਂ, ਆਪਣੇ ਜਾਣਕਾਰ ਪਰਿਵਾਰ ਜਿਨ੍ਹਾਂ ਦੇ ਨੇ, ਵੈਸੇ ਸਾਡੇ ਸਰੋਤੇ ਉਹਨਾਂ 'ਚ ਆਪ ਹੀ ਸੰਪਰਕ 'ਚ ਹਨ ਉਹਨਾਂ ਦੇ ਨਾਲ, ਫਿਰ ਵੀ ਜ਼ਰੂਰ ਉਹਨਾਂ ਦਾ ਹਾਲ ਚਾਲ ਪੁੱਛ ਕੇ ਜਿੱਥੇ ਉਹ ਮੂਵ ਹੋਏ ਨੇ ਹੌਸਲਾ ਉਹਨਾਂ ਨੂੰ ਦਿਓ। ਕਾਰਜ ਤਾਂ ਜੋ ਹੋਣੇ ਨੇ ਉਹ ਹੋਣੇ ਨੇ। ਜਦੋਂ ਮਹੀਨਿਆਂ ਦੇ ਬਾਅਦ ਜਾਂ ਕੁਝ ਸਮੇਂ ਮਗਰੋਂ ਜਦੋਂ ਵਾਪਸ ਉਹਨਾਂ ਘਰਾਂ ਵੱਲ ਆਉਣਗੇ ਤਾਂ ਸ਼ਾਇਦ ਉੱਥੇ ਕੁਛ ਨਾ ਹੋਵੇ। ਜਿਹੜੇ ਖੇਤੀ ਕਰਨ ਵਾਲੇ ਲੋਕ ਸਨ, ਉਹਨਾਂ ਦੀਆਂ ਮਸ਼ੀਨਾਂ ਤੋਂ ਲੈ ਕੇ ਸਮਾਨ ਸਾਰਾ ਰੁੜ ਗਿਆ। ਸਭ ਕੁਛ ਜਿਹੜਾ ਸੰਪਤੀ ਹੈ ਨਸ਼ਟ ਹੋ ਗਈ। ਉਹ ਸ਼ਾਇਦ ਜੀਵਨ ਉਸ ਪੱਧਰ ਤੇ ਦੁਬਾਰਾ ਨਾ ਆਵੇ। ਛੋਟੇ ਬੱਚਿਆਂ ਨੇ ਜਿਸ ਤਰ੍ਹਾਂ ਰਾਤਾਂ ਨੂੰ ਹੈਲੀਕਾਪਟਰਾਂ ਰਾਹੀਂ ਕੱਢਿਆ ਗਿਆ ਉਹਨਾਂ ਨੂੰ, ਤੇ ਉਹ ਸਾਰਾ ਕੁਛ ਜਿਹੜਾ ਹੈ ਉਹ ਉਸ ਤਰ੍ਹਾਂ ਸਮਤਲ ਹੋਣਾ ਬੜਾ ਸਮਾਂ ਲੱਗੇਗਾ। ਪਰ ਉਹਨਾਂ ਨੂੰ ਸਾਰਿਆਂ ਨੂੰ ਸੰਪਰਕ ਕਰਦਿਆਂ ਸਹਿਯੋਗ ਜਿੰਨਾ ਵੀ ਹੋ ਸਕਦਾ ਉਹ ਕਰੀਏ। ਇਹੀ ਸਾਡੇ ਗੁਰਪੁਰਬ ਮਨਾਏ ਸਾਰਥਕ ਬਣਨਗੇ। ਸੋ ਇਸ ਵਾਰ ਜਿਹੜਾ ਇਹ ਦਿਨ ਇਉਂ ਅਸੀਂ ਮਨਾਈਏ ਤੇ ਮਨੁੱਖਤਾਵਾਦੀ ਸੋਚ ਦੇ ਧਾਰਨੀ ਹੋਈਏ। ਇੱਕ ਵਾਰ ਫਿਰ ਆਪ ਤੇ ਸਮੂਹ ਸਰੋਤਿਆਂ ਦਾ ਹਾਰਦਿਕ ਸ਼ੁਕਰੀਆ ਸ਼ਨੀ ਸਾਹਿਬ, ਸ਼ੁਭਕਾਮਨਾਵਾਂ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਬਸ ਸਾਹਿਬ, ਸਤਿ ਸ਼੍ਰੀ ਅਕਾਲ। ਔਰ ਲਓ, ਇਹ ਸਨ ਪ੍ਰੋਫੈਸਰ ਗੋਬਿੰਦਰ ਸਿੰਘ ਧਾਲੀਵਾਲ, ਪੰਜਾਬੀ ਪੜ੍ਹਾਉਂਦੇ ਵੀ ਰਹੇ ਹੈ ਔਰ ਬੜੇ ਸੂਝਵਾਨ ਲੇਖਕ ਵੀ ਨੇ। ਇਹਨਾਂ ਦਾ ਲੇਖ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਮੌਕੇ 'ਤੇ ਪ੍ਰਵਾਸੀ ਅਖਬਾਰ 'ਚ ਅਸੀਂ ਛਾਪਾਂਗੇ। ਅਸੀਂ ਇਹਨਾਂ ਦੇ ਲੇਖ ਵੀ ਰੈਗੂਲਰਲੀ ਛਾਪਦੇ ਰਹਿੰਦੇ ਹਾਂ। ਔਰ ਇਹ ਜੋ ਦੱਸ ਰਹੇ ਸੀ ਹਜੇ, ਤੇ ਇਹ ਉਹ ਗੱਲ ਹੈ ਜਿਹੜੀ ਹਜੇ ਸਾਹਮਣੇ ਆ ਰਹੀ ਹੈ। ਜਦੋਂ ਪਾਣੀ ਥੱਲੇ ਚਲਾ ਜਾਏਗਾ, ਇਹ ਜਿਹੜਾ ਕਹਿਰ ਵਰਤ ਰਿਹਾ ਇਸ ਵੇਲੇ ਘਟ ਜਾਏਗਾ, ਫਿਰ ਪਤਾ ਲੱਗੇਗਾ ਕਿ ਅਸਲ 'ਚ ਉੱਥੇ ਨੁਕਸਾਨ ਹੋਇਆ ਕਿੰਨਾ ਕੁ ਹੈ ਔਰ ਕਿੰਨੀ ਦੇਰ ਲੱਗੇਗੀ, ਕਿੰਨਾ ਸਮਾਂ ਲੱਗੇਗਾ ਲੋਕਾਂ ਨੂੰ ਮੁੜ ਤੋਂ। ਘਰ ਦੇ ਵਿੱਚ ਮਾੜਾ ਜਿਹਾ ਕਿਤੇ ਪਾਣੀ ਲੀਕ ਕਰ ਜਾਏ ਅਤੇ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ। ਸੋਚੋ ਉਹ ਘਰਾਂ ਦੇ ਘਰ ਜਿਹੜੇ ਪਾਣੀ 'ਚ ਡੁੱਬੇ ਪਏ ਹੈ, ਜਾਨਾਂ ਬਚਾ ਕੇ ਲੋਕ ਨਿਕਲੇ ਆ, ਮਸਾਂ ਹੀ ਉੱਥੋਂ ਵਾਪਸ ਘਰਾਂ ਨੂੰ ਪਰਤਣਗੇ। ਜਦੋਂ ਦੇਖਣਗੇ ਘਰਾਂ ਦਾ ਹਾਲ ਤੇ ਫਿਰ ਪਤਾ ਲੱਗੇਗਾ ਕਿ ਕੀ ਸਿਚੁਏਸ਼ਨ ਹੈ। ਇਹ ਬਹੁਤ ਹੀ ਚਿੰਤਾ ਦਾ ਮਾਮਲਾ ਹੈ। ਤਾਂ ਜੇ ਕੋਈ ਮਦਦ ਕਰਨਾ ਚਾਹੋ ਕਿਸੇ ਦੀ, ਜ਼ਰੂਰ ਕਰੋ। ਔਖੀ ਭਾਰੀ ਵੇਲੇ ਤੁਹਾਡੇ ਕੋਈ ਰਿਲੇਟਿਵ ਹੈ, ਅਗਰ ਉੱਥੇ ਕਿਤੇ ਵੀ ਰਹਿੰਦਾ ਹੈ ਉਸ ਇਲਾਕੇ 'ਚ, ਉਹਨਾਂ ਨੂੰ ਫੋਨ ਕਰੋ, ਹਾਲ ਚਾਲ ਪੁੱਛੋ। ਸਾਡੀ ਉੱਥੋਂ ਦੀ ਜਿਹੜੀ ਸਥਾਨਕ ਕਮਿਊਨਿਟੀ ਹੈ, ਮੈਨੂੰ ਪੂਰਾ ਯਕੀਨ ਹੈ ਕਿ ਬੜੀ ਸਟਰੋਂਗ, ਬਹੁਤ ਹੀ ਸਾਡੀ ਪਾਵਰਫੁਲ ਕਮਿਊਨਿਟੀ ਹੈ ਉੱਥੇ। ਔਰ ਡੈਫੀਨੇਟਲੀ ਇਹਨਾਂ ਲੋਕਾਂ ਦੀ, ਚਾਹੇ ਕਿਸੇ ਵੀ ਉਹ ਰੇਸ ਦੇ ਹੋਣ, ਕਿਸੇ ਵੀ ਧਰਮ ਦੇ ਹੋਣ, ਸਭ ਦੀ ਮਦਦ ਆਪਣੀ ਕਮਿਊਨਿਟੀ ਹਮੇਸ਼ਾ ਕਰਦੀ ਹੈ। ਤੁਸੀਂ ਦੇਖਿਆ ਜਾਂ ਕੋਵਿਡ 'ਚ ਕਿਸ ਤਰ੍ਹਾਂ ਲੰਗਰ ਲਾਏ ਹੈ
ਤੇ ਇਹ ਡੈਫੀਨੇਟਲੀ ਉਹਨਾਂ ਨੂੰ ਮਦਦ ਦੀ ਇਸ ਵੇਲੇ ਸਰਕਾਰਾਂ ਆਪਣਾ ਕੰਮ ਕਰ ਰਹੀਆਂ, ਲੇਕਿਨ ਕਮਿਊਨਿਟੀ ਨੂੰ ਵੀ ਆਪਣਾ ਕੰਮ ਜ਼ਰੂਰ ਕਰਨਾ ਚਾਹੀਦਾ ਹੈ।